ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ 6ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਪਾਠ 14 ਅਲੋਕ ਸੁਖੀ ਗੁਆਂਢੀ ਦੁਖੀ ਨਾ ਬਈ ਨਾ ਬਾਰੇ ਗੱਲ ਕਰਾਂਗੇ। ਇਹ ਇੱਕ ਕਹਾਣੀ ਹੈ ਜਿਸ ਨੂੰ ਸ਼੍ਰੀ ਜਗਦੀਸ਼ ਕੌਸ਼ਲ ਨੇ ਲਿਖਿਆ ਹੈ। ਇਸ ਕਹਾਣੀ ਦੇ ਵਿੱਚ ਆਪਣੇ ਆਸੇ-ਪਾਸੇ ਆਪਣੇ ਆਲੇ ਦੁਆਲੇ ਵਸਦੇ ਗੁਆਂਢੀਆਂ ਬਾਰੇ ਗੱਲ ਕੀਤੀ ਗਈ ਹੈ ਕਿ ਅਸੀਂ ਰੋਜ਼ ਜੋ ਕੰਮਕਾਜ ਕਰਦੇ ਹਾਂ, ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਗੁਆਂਢੀਆਂ 'ਤੇ ਉਸ ਦਾ ਕੀ ਪ੍ਰਭਾਵ ਪੈ ਰਿਹਾ ਹੈ। ਭਾਵ ਸਾਡੇ ਦੁਆਰਾ ਕੀਤਾ ਹੋਇਆ ਕੰਮ ਕਈ ਵਾਰ ਗੁਆਂਢੀਆਂ ਨੂੰ ਦੁੱਖ ਵੀ ਦਿੰਦਾ। ਤਾਂ ਸਾਡੀ ਇਹ ਆਦਤ ਹੋਣੀ ਚਾਹੀਦੀ ਹੈ ਕਿ ਅਸੀਂ ਜੋ ਵੀ ਕੰਮ ਕਰੀਏ, ਅਸੀਂ ਆਪਣੇ ਆਸੇ-ਪਾਸੇ ਵਸਦੇ ਲੋਕ ਆਂਢੀਆਂ ਗੁਆਂਢੀਆਂ ਦਾ ਵੀ ਧਿਆਨ ਰੱਖੀਏ ਕਿ ਸਾਡਾ ਕੰਮ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਦੇ ਰਿਹਾ। ਤਾਂ ਇਸ ਕਹਾਣੀ ਦੇ ਰਾਹੀਂ ਅਸੀਂ ਜਾਣਦੇ ਹਾਂ ਕਿ ਅਲੋਕ ਆਪਣੇ ਆਲੇ ਦੁਆਲੇ ਬਾਰੇ ਕੀ ਸੋਚਦਾ, ਆਪਣੇ ਆਂਢੀਆਂ ਗੁਆਂਢੀਆਂ ਬਾਰੇ ਉਹਦੇ ਮਨ ਦੇ ਵਿੱਚ ਕੀ ਭਾਵਨਾ ਹੈ। ਤਾਂ ਆਓ ਜਾਣੀਏ। ਇੱਕ ਦਿਨ ਆਲੋਕ ਨੂੰ ਹਲਕਾ ਜਿਹਾ ਬੁਖਾਰ ਚੜ੍ਹ ਗਿਆ। ਉਹਨੇ ਸਕੂਲੋਂ ਛੁੱਟੀ ਲੈ ਲਈ। ਉਹ ਜਿਸ ਦਿਨ ਵੀ ਛੁੱਟੀ ਲੈਂਦਾ, ਸ਼ਾਮ ਨੂੰ ਇਕਬਾਲ ਕੋਲੋਂ ਜਾਂ ਅਗਲੇ ਦਿਨ ਕਿਸੇ ਜਮਾਤੀ ਕੋਲੋਂ ਸਕੂਲੋਂ ਮਿਲਿਆ ਕੰਮ ਪੁੱਛ ਲੈਂਦਾ। ਉਹ ਸਕੂਲੋਂ ਮਿਲਣ ਵਾਲਾ ਹਰੇਕ ਕੰਮ ਪੂਰਾ ਕਰਦਾ ਸੀ ਤਾਂ ਜੋ ਪੜ੍ਹਾਈ ਵਿੱਚ ਬਾਕੀ ਜਮਾਤ ਤੋਂ ਪਿੱਛੇ ਨਾ ਰਹਿ ਜਾਵੇ। ਉਸ ਦਿਨ ਸ਼ਾਮ ਤੱਕ ਉਸ ਦਾ ਬੁਖਾਰ ਉਤਰ ਗਿਆ। ਉਹ ਸਕੂਲ ਦਾ ਕੰਮ ਪੁੱਛਣ ਵਾਸਤੇ ਇਕਬਾਲ ਦੇ ਘਰ ਵੱਲ ਤੁਰ ਪਿਆ। ਇਕਬਾਲ ਦਾ ਘਰ ਅਲੋਕ ਦੇ ਘਰ ਦੇ ਸਾਹਮਣੇ ਹੀ ਸੀ। ਕਾਹਲੀ ਵਿੱਚ ਅਲੋਕ ਆਪਣੇ ਕਮਰੇ ਦੀ ਬੱਤੀ ਬੁਝਾਉਣੀ ਭੁੱਲ ਗਿਆ। ਰਾਤ ਦੇ 8 ਵਜੇ ਸਨ। ਇਕਬਾਲ ਆਪਣੇ ਵਿਹੜੇ ਵਿੱਚ ਸੌਣ ਦੀ ਤਿਆਰੀ ਕਰ ਰਿਹਾ ਸੀ। ਦੋਵੇਂ ਜਣੇ ਮੰਜੇ ਉੱਤੇ ਬੈਠ ਕੇ ਸਕੂਲ ਦੀਆਂ ਗੱਲਾਂ ਕਰਨ ਲੱਗ ਪਏ। ਆਪਣੇ ਗੱਲਾਂ ਕਰਨ ਨਾਲ ਦਾਦੀ ਜੀ ਦੀ ਨੀਂਦ ਖਰਾਬ ਤਾਂ ਨਹੀਂ ਹੁੰਦੀ? ਅਲੋਕ ਨੇ ਕੋਲ ਹੀ ਮੰਜੇ ਉੱਤੇ ਲੇਟੇ ਹੋਏ ਇਕਬਾਲ ਦੇ ਦਾਦੀ ਜੀ ਵੱਲ ਇਸ਼ਾਰਾ ਕਰਦਿਆਂ ਇਕਬਾਲ ਨੂੰ ਪੁੱਛਿਆ। ਨਹੀਂ ਪੁੱਤਰ, ਤੁਸੀਂ ਕਰੋ ਗੱਲਾਂ ਬਾਤਾਂ। ਮੈਨੂੰ ਤਾਂ ਅੱਧੀ ਰਾਤ ਤੱਕ ਉਂਝ ਹੀ ਨੀਂਦ ਨਹੀਂ ਆਉਂਦੀ, ਇਕਬਾਲ ਦੇ ਦਾਦੀ ਜੀ ਨੇ ਪਾਸਾ ਪਰਤਦਿਆਂ ਕਿਹਾ। ਉਹ ਫੇਰ ਗੱਲੀਂ ਲੱਗ ਗਏ। ਗੱਲਾਂ ਕਰਦਿਆਂ ਅਚਾਨਕ ਅਲੋਕ ਦੀ ਨਜ਼ਰ ਆਪਣੇ ਕਮਰੇ ਵੱਲ ਚਲੀ ਗਈ। ਅਲੋਕ ਦਾ ਕਮਰਾ ਘਰ ਦੀ ਦੂਜੀ ਮੰਜ਼ਲ ਉੱਤੇ ਸੀ ਅਤੇ ਇਕਬਾਲ ਦੇ ਵਿਹੜੇ ਵਿੱਚੋਂ ਚੰਗੀ ਤਰ੍ਹਾਂ ਨਜ਼ਰ ਆਉਂਦਾ ਸੀ। ਓਹੋ, ਮੈਂ ਤਾਂ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ, ਅਲੋਕ ਨੇ ਚਿੰਤਾ ਜਿਹੀ ਵਿੱਚ ਕਿਹਾ ਅਤੇ ਵਾਪਸ ਜਾਣ ਲਈ ਕਾਹਲਾ ਪੈ ਗਿਆ। ਫਿਰ ਕੀ ਹੋਇਆ? ਬੈਠ 2 ਮਿੰਟ, ਇਕਬਾਲ ਨੇ ਰੋਕਿਆ। ਪਰ ਅਲੋਕ ਦਾ ਧਿਆਨ ਜਗਦੀ ਬੱਤੀ ਵੱਲ ਹੀ ਸੀ। ਉਹ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਦਾ ਸੀ ਕਿ ਕਿਧਰੇ ਕੋਈ ਫਜ਼ੂਲ ਖਰਚੀ ਨਾ ਹੋਵੇ। ਉਹਨੇ ਜਦੋਂ ਵੀ ਕਮਰੇ ਵਿੱਚੋਂ ਜਾਣਾ ਹੋਵੇ, ਬੱਤੀ ਬੁਝਾ ਦਿੰਦਾ ਹੈ ਤੇ ਪੱਖਾ ਬੰਦ ਕਰ ਦਿੰਦਾ ਹੈ। ਤੇ ਹੁਣ ਅਲੋਕ ਦੇ ਕਮਰੇ ਦੀ ਬੱਤੀ ਬੇਲੋੜੀ ਜਗ ਰਹੀ ਸੀ। ਇਸ ਗੱਲ ਦਾ ਉਹਨੂੰ ਪਛਤਾਵਾ ਸੀ। ਪਰ ਇਸ ਨਾਲੋਂ ਵੀ ਵਧੇਰੇ ਇੱਕ ਹੋਰ ਗੱਲ ਜਿਹੜੀ ਉਸਨੂੰ ਪਰੇਸ਼ਾਨ ਕਰ ਰਹੀ ਸੀ, ਉਹ ਇਹ ਸੀ ਕਿ ਉਹਦੇ ਕਮਰੇ ਦੀ ਰੋਸ਼ਨੀ ਇਕਬਾਲ ਦੀਆਂ ਅੱਖਾਂ ਵਿੱਚ ਪੈ ਰਹੀ ਸੀ। ਇਕਬਾਲ ਦਾ ਮੰਜਾ ਬੱਤੀ ਦੇ ਬਿਲਕੁਲ ਸਾਹਮਣੇ ਸੀ। ਉਹਦੇ ਦਾਦੀ ਜੀ ਦਾ ਮੰਜਾ ਵੀ ਨਾਲ ਹੀ ਸੀ। ਅਲੋਕ ਨੇ ਇਕਬਾਲ ਨੂੰ ਪੁੱਛਿਆ, ਕਿਤੇ ਮੇਰੇ ਕਮਰੇ ਦੀ ਰੋਸ਼ਨੀ ਤੇਰੀ ਨੀਂਦ ਖਰਾਬ ਤਾਂ ਨਹੀਂ ਕਰਦੀ? ਇਕਬਾਲ ਨੇ ਦੱਸਿਆ,
ਮੈਂ ਤਾਂ ਔਖਾ ਸੌਖਾ ਸੌਂ ਜਾਂਦਾ ਹਾਂ। ਦਾਦੀ ਜੀ ਨੂੰ ਪਰੇਸ਼ਾਨੀ ਹੁੰਦੀ ਹੈ। ਜਿੰਨਾ ਚਿਰ ਤੋਂ ਬੱਤੀ ਜਗਾਈ ਰੱਖਦਾ ਹੈ, ਦਾਦੀ ਜੀ ਉਸਲ ਵੱਟੇ ਲੈਂਦੇ ਰਹਿੰਦੇ ਹਨ। ਤੈਨੂੰ ਇਸ ਕਰਕੇ ਨਹੀਂ ਆਖਿਆ ਕਿ ਤੈਨੂੰ ਰਾਤ ਨੂੰ ਪੜ੍ਹਨ ਦੀ ਆਦਤ ਹੈ। ਆਲੋਕ ਨੇ ਇਕਬਾਲ ਨੂੰ ਗੁੱਸੇ ਨਾਲ ਆਖਿਆ, ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਫਿਰ ਉਹਨੇ ਦਾਦੀ ਜੀ ਤੋਂ ਮਾਫ਼ੀ ਮੰਗਦਿਆਂ ਕਿਹਾ, ਦਾਦੀ ਜੀ, ਇਕਬਾਲ ਮੈਨੂੰ ਪਹਿਲਾਂ ਦੱਸ ਦਿੰਦਾ ਤਾਂ ਤੁਹਾਨੂੰ ਇੰਨੇ ਦਿਨ ਤਕਲੀਫ ਨਾ ਹੁੰਦੀ। ਨਹੀਂ ਪੁੱਤਰ, ਮੈਨੂੰ ਤਾਂ ਉਂਝ ਵੀ ਨੀਂਦ ਨਹੀਂ ਆਉਂਦੀ। ਨਾਲੇ ਬੱਤੀ ਬੰਦ ਕਰਵਾ ਕੇ ਤੇਰੀ ਪੜ੍ਹਾਈ ਦਾ ਨੁਕਸਾਨ ਤਾਂ ਨਹੀਂ ਨਾ ਕਰਨਾ। ਨੁਕਸਾਨ ਕਾਹਦਾ ਦਾਦੀ ਜੀ, ਮੈਂ ਕੋਈ ਹੋਰ ਪ੍ਰਬੰਧ ਕਰ ਲੈਣਾ ਸੀ। ਤੇ ਆਲੋਕ ਨੇ ਛੇਤੀ ਛੇਤੀ ਆਪਣੀ ਗੱਲ ਮੁਕਾਈ। ਇਕਬਾਲ ਤੋਂ ਸਕੂਲ ਦਾ ਕੰਮ ਪੁੱਛਿਆ ਅਤੇ ਆਪਣੇ ਕਮਰੇ ਵਿੱਚ ਆ ਗਿਆ। ਆਉਂਦਿਆਂ ਹੀ ਉਹਨੇ ਉਹ ਖਿੜਕੀ ਬੰਦ ਕਰ ਦਿੱਤੀ ਜਿਸ ਵਿੱਚੋਂ ਦੀ ਰੋਸ਼ਨੀ ਇਕਬਾਲ ਦੇ ਵਿਹੜੇ ਵਿੱਚ ਜਾਂਦੀ ਸੀ ਅਤੇ ਅੱਖਾਂ ਵਿੱਚ ਪੈ ਕੇ ਨੀਂਦ ਖਰਾਬ ਕਰਦੀ ਸੀ। ਅਗਲੇ ਦਿਨ ਉਹਨੇ ਖਿੜਕੀ ਮੂਹਰੇ ਇੱਕ ਪਰਦਾ ਤਾਣ ਦਿੱਤਾ। ਹੁਣ ਜੇ ਖਿੜਕੀ ਖੁੱਲ੍ਹੀ ਵੀ ਰਹੇ ਤਾਂ ਬੱਤੀ ਜਗਣ ਨਾਲ ਕਿਸੇ ਦੀ ਨੀਂਦ ਖਰਾਬ ਨਹੀਂ ਸੀ ਹੁੰਦੀ। ਤਾਂ ਬੱਚਿਓ, ਇਹ ਕਹਾਣੀ ਸੀ ਆਲੋਕ ਸੁਖੀ ਗੁਆਂਢੀ ਦੁਖੀ ਨਾ ਬਈ ਨਾ। ਤਾਂ ਇਸ ਕਹਾਣੀ ਵਿੱਚ ਆਲੋਕ ਫਜ਼ੂਲ ਖਰਚੀ ਨਹੀਂ ਕਰਦਾ। ਉਹ ਬਿਨਾਂ ਮਤਲਬ ਤੋਂ ਆਪਣੇ ਕਮਰੇ ਦੀ ਬੱਤੀ ਨਹੀਂ ਜਗਦੀ ਛੱਡਦਾ। ਇਹ ਬਹੁਤ ਹੀ ਚੰਗੀ ਗੱਲ ਹੈ। ਸਾਨੂੰ ਸਾਰਿਆਂ ਨੂੰ ਬਿਜਲੀ ਦੀ ਬਚਤ ਕਰਨੀ ਚਾਹੀਦੀ ਹੈ। ਨਾਲ ਹੀ ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਮੇਰੀ ਜਗਦੀ ਬੱਤੀ ਕਿਤੇ ਮੇਰੇ ਗੁਆਂਢੀਆਂ ਨੂੰ ਪਰੇਸ਼ਾਨ ਤਾਂ ਨਹੀਂ ਕਰਦੀ। ਜਿੰਨੀ ਦੇਰ ਉਹਨੂੰ ਨਹੀਂ ਪਤਾ ਸੀ ਉਨੀ ਦੇਰ ਹੋਰ ਗੱਲ ਸੀ, ਪਰ ਜਦੋਂ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਨਾਲ ਦੀ ਨਾਲ ਬਦਲਵਾਂ ਪ੍ਰਬੰਧ ਕਰ ਲਿਆ ਤੇ ਖਿੜਕੀ ਹੈ ਜਿਹੜੀ ਉਸ ਦੇ ਅੱਗੇ ਪਰਦਾ ਤਾਣ ਦਿੱਤਾ। ਤਾਂ ਆਪਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਆਪਣੇ ਆਂਢੀਆਂ ਗੁਆਂਢੀਆਂ ਦੇ ਦੁੱਖ ਸੁੱਖ ਵਿੱਚ ਸਹਾਈ ਹੋਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਕੋਈ ਕੰਮ ਉਹਨਾਂ ਨੂੰ ਪਰੇਸ਼ਾਨ ਤਾਂ ਨਹੀਂ ਕਰ ਰਿਹਾ। ਤਾਂ ਇਸ ਪਾਠ ਤੋਂ ਬਾਅਦ ਇਹਦਾ ਅਭਿਆਸ ਹੈ। ਅਭਿਆਸ ਦੇ ਪ੍ਰਸ਼ਨ ਨੇ। ਪਹਿਲੇ ਪ੍ਰਸ਼ਨ ਦਾ ਊੜਾ ਭਾਗ ਹੈ, ਆਲੋਕ ਇਕਬਾਲ ਦੇ ਘਰ ਕਿਉਂ ਗਿਆ ਸੀ? ਤਾਂ ਆਲੋਕ ਇਕਬਾਲ ਦੇ ਘਰ ਇਸ ਲਈ ਗਿਆ ਸੀ ਤਾਂ ਜੋ ਉਹ ਉਸ ਤੋਂ ਸਕੂਲ ਦਾ ਕੰਮ ਪੁੱਛ ਸਕੇ। ਉਹ ਬੁਖਾਰ ਹੋਣ ਕਾਰਨ ਸਕੂਲ ਜਾ ਨਹੀਂ ਸੀ ਸਕਿਆ। ਆੜਾ ਪ੍ਰਸ਼ਨ ਹੈ, ਆਲੋਕ ਨੂੰ ਇਕਬਾਲ ਕੋਲ ਬੈਠਿਆਂ ਕਿਸ ਗੱਲ ਦੀ ਚਿੰਤਾ ਹੋ ਰਹੀ ਸੀ? ਆਲੋਕ ਨੂੰ ਇਕਬਾਲ ਕੋਲ ਬੈਠਿਆਂ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਉਹ ਆਪਣੇ ਕਮਰੇ ਦੀ ਬੱਤੀ ਬੇਲੋੜੀ ਜਗਦੀ ਛੱਡ ਆਇਆ ਸੀ, ਜਿਸ ਦੇ ਕਾਰਨ ਉਸ ਨੂੰ ਲੱਗਦਾ ਸੀ ਕਿ ਨੁਕਸਾਨ ਹੋ ਰਿਹਾ ਹੈ। ਆੜਾ ਪ੍ਰਸ਼ਨ, ਆਲੋਕ ਫਜ਼ੂਲ ਖਰਚੀ ਦੇ ਨਾਲ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ ਸੀ? ਤਾਂ ਆਲੋਕ ਫਜ਼ੂਲ ਖਰਚੀ ਦੇ ਨਾਲ ਇਹ ਵੀ ਧਿਆਨ ਰੱਖਦਾ ਸੀ ਕਿ ਮੇਰੇ ਕਿਸੇ ਵੀ ਕੰਮ ਦੇ ਕਾਰਨ ਕੋਈ ਮੇਰਾ ਆਂਢੀ ਗੁਆਂਢੀ ਪਰੇਸ਼ਾਨ ਤਾਂ ਨਹੀਂ ਹੋ ਰਿਹਾ। ਤਾਂ ਉਹਨਾਂ ਦੀ ਵੀ ਉਹ ਸੁੱਖ ਦੁੱਖ ਦੇ ਵਿੱਚ ਸਹਾਇਤਾ ਕਰਨੀ ਚਾਹੁੰਦਾ ਸੀ। ਸੱਸਾ ਪ੍ਰਸ਼ਨ ਹੈ, ਆਲੋਕ ਦੇ ਕਮਰੇ ਵਿੱਚ ਜਗਦੀ ਬੱਤੀ ਕਾਰਨ ਕਿਸ ਕਿਸ ਨੂੰ ਪਰੇਸ਼ਾਨੀ ਹੁੰਦੀ ਸੀ? ਤਾਂ ਆਲੋਕ ਦੇ ਕਮਰੇ ਦੀ ਜਗਦੀ ਬੱਤੀ ਕਾਰਨ ਉਸ ਦੇ ਦੋਸਤ ਇਕਬਾਲ ਨੂੰ ਵੀ ਪਰੇਸ਼ਾਨੀ ਹੁੰਦੀ ਸੀ, ਪਰ ਸਭ ਤੋਂ ਵੱਧ ਉਸ ਦੇ ਬਜ਼ੁਰਗ ਦਾਦੀ ਜੀ ਨੂੰ ਪਰੇਸ਼ਾਨੀ ਹੁੰਦੀ ਸੀ, ਜਿਹੜੇ ਬਾਹਰ ਵਿਹੜੇ ਵਿੱਚ ਸੌਂਦੇ ਸੀ ਤੇ ਰੋਸ਼ਨੀ ਹੁੰਦੀ ਹੋਣ ਕਾਰਨ ਉਹਨਾਂ ਨੂੰ ਕਾਫੀ ਦੇਰ ਤੱਕ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ।
ਆਲੋਕ ਨੇ ਆਪਣੇ ਗੁਆਂਢੀਆਂ ਦੀ ਪਰੇਸ਼ਾਨੀ ਦਾ ਕੀ ਹੱਲ ਲੱਭਿਆ? ਅਗਲਾ ਪ੍ਰਸ਼ਨ ਹੈ ਇਹ। ਆਲੋਕ ਨੇ ਆਪਣੇ ਗੁਆਂਢੀਆਂ ਦੀ ਪਰੇਸ਼ਾਨੀ ਦਾ ਹੱਲ ਲੱਭਣ ਦੇ ਲਈ ਆਪਣੇ ਕਮਰੇ ਦੀ ਖਿੜਕੀ ਦੇ ਮੂਹਰੇ ਪਰਦਾ ਤਾਣ ਦਿੱਤਾ। ਹੁਣ ਜੇ ਖਿੜਕੀ ਖੁੱਲ੍ਹੀ ਵੀ ਰਹਿੰਦੀ ਸੀ ਤਾਂ ਬੱਤੀ ਜਗਣ ਕਾਰਨ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ। ਕੱਕਾ ਪ੍ਰਸ਼ਨ ਹੈ, ਇਸ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਤਾਂ ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕੋਈ ਵੀ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਅਤੇ ਸਭ ਤੋਂ ਵੱਧ ਆਪਣੇ ਆਂਢੀਆਂ ਗੁਆਂਢੀਆਂ ਦੀ ਪਰੇਸ਼ਾਨੀ ਦਾ ਕਾਰਨ ਨਹੀਂ ਬਣਨਾ ਚਾਹੀਦਾ। ਜੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਕਿਸੇ ਕੰਮ ਦੇ ਕਾਰਨ ਉਹ ਪਰੇਸ਼ਾਨ ਹੋ ਰਹੇ ਨੇ ਤਾਂ ਸਾਨੂੰ ਉਹਦਾ ਕੋਈ ਨਾ ਕੋਈ ਬਦਲਵਾਂ ਹੱਲ ਲੱਭ ਲੈਣਾ ਚਾਹੀਦਾ। ਤਾਂ ਇਹ ਸਾਡੇ ਪ੍ਰਸ਼ਨ ਸੀ। ਇਸ ਤੋਂ ਬਾਅਦ ਦੂਸਰਾ ਅਭਿਆਸ ਦਾ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਦਿੱਤੇ ਹੋਏ ਨੇ ਸਾਡੇ ਕੋਲੇ, ਅਸੀਂ ਇਹਨਾਂ ਦੇ ਵਾਕ ਬਣਾਉਣੇ ਹੈ। ਤੁਸੀਂ ਆਪਣੇ ਵੱਲੋਂ ਕੋਈ ਵੀ ਢੁਕਵਾਂ ਵਾਕ ਬਣਾ ਸਕਦੇ ਹੋ ਜਿਸ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਹੋਣੀ ਜ਼ਰੂਰੀ ਹੈ। ਮੈਂ ਤੁਹਾਨੂੰ ਮਦਦ ਦੇ ਲਈ ਕੁਝ ਵਾਕ ਬਣਾ ਕੇ ਦੱਸਦੀ ਹਾਂ। ਸਭ ਤੋਂ ਪਹਿਲਾ ਵਾਕ ਹੈ ਇਸ਼ਾਰਾ। ਮੇਰੇ ਮਿੱਤਰ ਨੇ ਮੈਨੂੰ ਕੋਲ ਬੈਠਣ ਦੇ ਲਈ ਇਸ਼ਾਰਾ ਕੀਤਾ। ਅਗਲਾ ਸ਼ਬਦ ਹੈ ਮੰਜ਼ਿਲ। ਸਾਨੂੰ ਹਮੇਸ਼ਾ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ। ਰੋਸ਼ਨੀ। ਸਾਡੀ ਜਮਾਤ ਦੇ ਕਮਰੇ ਵਿੱਚ ਰੋਸ਼ਨੀ ਦਾ ਬਹੁਤ ਵਧੀਆ ਪ੍ਰਬੰਧ ਹੈ। ਪਰੇਸ਼ਾਨ। ਮੇਰਾ ਮਿੱਤਰ ਅਕਸਰ ਹੀ ਘਰੇਲੂ ਸਮੱਸਿਆਵਾਂ ਕਾਰਨ ਪਰੇਸ਼ਾਨ ਰਹਿੰਦਾ ਹੈ। ਨੁਕਸਾਨ। ਸਾਡੇ ਕਿਸੇ ਵੀ ਕੰਮ ਦਾ ਸਾਡੇ ਗੁਆਂਢੀਆਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਪ੍ਰਬੰਧ। ਸਾਡੇ ਸਕੂਲ ਵਿੱਚ ਠੰਡੇ ਪਾਣੀ ਦਾ ਪ੍ਰਬੰਧ ਹੈ। ਇਹ ਸਾਡਾ ਦੂਸਰਾ ਪ੍ਰਸ਼ਨ ਸੀ। ਤੀਸਰਾ ਪ੍ਰਸ਼ਨ ਹੈ ਬੱਚਿਓ, ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ? ਕੁਝ ਸਤਰਾਂ ਸਾਡੇ ਕੋਲ ਦਿੱਤੀਆਂ ਹੋਈਆਂ ਨੇ। ਅਸੀਂ ਸਾਰਾ ਪਾਠ ਕਹਾਣੀ ਰੂਪ ਵਿੱਚ ਪੜ੍ਹ ਲਿਆ ਤਾਂ ਅਸੀਂ ਇਹ ਦੱਸਣਾ ਹੈ ਕਿ ਇਹ ਸ਼ਬਦ ਕਿਹੜੇ ਪਾਤਰ ਨੇ ਕਿਹੜੇ ਪਾਤਰ ਨੂੰ ਕਹੇ। ਪਹਿਲਾ ਹੈ, ਆਪਣੇ ਗੱਲਾਂ ਕਰਨ ਨਾਲ ਦਾਦੀ ਜੀ ਦੀ ਨੀਂਦ ਖਰਾਬ ਤਾਂ ਨਹੀਂ ਹੁੰਦੀ? ਤਾਂ ਇਹ ਸ਼ਬਦ ਆਲੋਕ ਇਕਬਾਲ ਨੂੰ ਕਹਿੰਦਾ ਹੈ। ਅੱਗੇ ਹੈ, ਓਹੋ ਮੈਂ ਤਾਂ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ। ਤਾਂ ਇਹ ਸ਼ਬਦ ਆਲੋਕ ਇਕਬਾਲ ਨੂੰ ਆਖਦਾ ਹੈ। ਅੱਗੇ ਹੈ, ਨੁਕਸਾਨ ਕਾਹਦਾ ਦਾਦੀ ਜੀ, ਮੈਂ ਕੋਈ ਹੋਰ ਪ੍ਰਬੰਧ ਕਰ ਲੈਣਾ ਸੀ। ਤਾਂ ਇਹ ਸ਼ਬਦ ਆਲੋਕ ਦਾਦੀ ਜੀ ਨੂੰ ਆਖਦਾ ਹੈ। ਇਸ ਤੋਂ ਬਾਅਦ ਬੱਚਿਓ ਵਿਆਕਰਨ ਦਾ ਭਾਗ ਹੈ। ਵਿਆਕਰਨ ਦੇ ਲਈ ਸਾਡੇ ਕੋਲ ਇੱਕ ਪੈਰਾ ਦਿੱਤਾ ਹੋਇਆ ਹੈ। ਉਸ ਪੈਰੇ ਦੇ ਵਿੱਚੋਂ ਅਸੀਂ ਕਿਰਿਆ ਸ਼ਬਦ ਚੁਣਨੇ ਹੈ ਅਤੇ ਆਪਣੀ ਕਾਪੀ ਦੇ ਵਿੱਚ ਲਿਖਣੇ ਹੈ। ਕਿਰਿਆ ਬੱਚਿਓ ਕਿਸੇ ਵੀ ਕੰਮ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਹੁੰਦੇ ਹੈ। ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਹਰ ਕੋਈ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁੱਝਿਆ ਹੋਇਆ ਹੈ। ਕੋਈ ਖਾਂਦਾ ਹੈ, ਕੋਈ ਪੀਂਦਾ ਹੈ, ਕੋਈ ਸੌਂਦਾ ਹੈ। ਤਾਂ ਇਸ ਤਰ੍ਹਾਂ ਪੜ੍ਹਨਾ, ਲਿਖਣਾ, ਹੱਸਣਾ, ਰੋਣਾ, ਲੜਨਾ, ਖੇਡਣਾ ਇਹ ਸਾਰੀਆਂ ਕਿਰਿਆਵਾਂ। ਤਾਂ ਵਿਆਕਰਨ ਦੇ ਵਿੱਚ ਇਹਨਾਂ ਕਿਰਿਆਵਾਂ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਹੈ ਉਸ ਨੂੰ ਕਿਰਿਆ ਕਿਹਾ ਜਾਂਦਾ। ਤਾਂ ਕਿਰਿਆ ਦੀ ਪਰਿਭਾਸ਼ਾ ਹੈ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ
ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਕਾਲ ਨੂੰ ਪ੍ਰਗਟਾਉਂਦੇ ਸ਼ਬਦ ਤੁਹਾਨੂੰ ਪਤਾ ਹੈ ਕਿ ਵਾਕ ਦੇ ਜ਼ਿਆਦਾਤਰ ਅਖੀਰ ਦੇ ਵਿੱਚ ਹੁੰਦੇ ਨੇ, ਜਿਵੇਂ ਹੈ, ਹਨ, ਸੀ, ਸਨ ਜਾਂ ਗਾ, ਗੇ, ਗੀ। ਤਾਂ ਇਹ ਕਿਰਿਆ ਦਾ ਕਾਲ ਹੈ। ਵਾਕ ਦੇ ਵਿੱਚ ਬੇਟਾ ਜਿਹੜਾ ਕੰਮ ਕਰਦਾ ਹੈ ਉਸ ਨੂੰ ਕਰਤਾ ਆਖਦੇ ਹੈ। ਇਹ ਆਮ ਤੌਰ 'ਤੇ ਨਾਮ ਜਾਂ ਪੜਨਾਮ ਸ਼੍ਰੇਣੀ ਦਾ ਸ਼ਬਦ ਹੀ ਹੁੰਦਾ ਹੈ। ਜਿਵੇਂ ਬੱਚਾ ਹੱਸਦਾ ਹੈ, ਬੱਚਾ ਕਿਰਿਆ ਕਰ ਰਿਹਾ ਹੈ, ਤਾਂ ਬੱਚਾ ਹੈ ਜਿਹੜਾ ਉਹ ਕਰਤਾ ਹੈ। ਪੰਛੀ ਉੜਦਾ ਹੈ, ਚਪੰਛੀ ਕਰਤਾ ਹੈ। ਚਪੜਾਸੀ ਨੇ ਘੰਟੀ ਵਜਾਈ, ਵਿੱਚ ਚਪੜਾਸੀ ਹੈ ਜਿਹੜਾ ਉਹ ਕਰਤਾ ਹੈ। ਤਾਂ ਕਿਰਿਆ ਦਾ ਜਿਸ ਉੱਤੇ ਪ੍ਰਭਾਵ ਪੈਂਦਾ ਹੈ ਉਸ ਨੂੰ ਕਰਮ ਕਿਹਾ ਜਾਂਦਾ ਹੈ। ਹੁਣ ਜਿਸ ਤਰ੍ਹਾਂ ਨਾਲ ਸੌਖੇ ਸ਼ਬਦਾਂ ਦੇ ਵਿੱਚ ਸਮਝਣ ਦੇ ਲਈ ਬੱਚਾ ਖੇਡਦਾ ਹੈ ਅਤੇ ਬੱਚਾ ਫੁੱਟਬਾਲ ਖੇਡਦਾ ਹੈ। ਹੁਣ ਦੇਖੋ, ਬੱਚਾ ਖੇਡਦਾ ਹੈ ਵਿੱਚ ਕੋਈ ਕਰਮ ਨਹੀਂ, ਬੱਚਾ ਫੁੱਟਬਾਲ ਖੇਡਦਾ ਹੈ ਵਿੱਚ ਫੁੱਟਬਾਲ ਹੈ ਜਿਹੜਾ ਉਹ ਕਰਮ ਹੈ। ਤਾਂ ਬੱਚਾ ਕੀ ਖੇਡਦਾ ਹੈ, ਜੇ ਅਸੀਂ ਕੀ ਦੇ ਨਾਲ ਪ੍ਰਸ਼ਨ ਪੁੱਛੀਏ ਵਾਕ ਦੇ ਵਿੱਚ, ਜਿਹੜਾ ਜਵਾਬ ਆਉਂਦਾ ਹੈ ਤਾਂ ਉਹ ਕਰਮ ਹੁੰਦਾ ਹੈ। ਇਸ ਤਰ੍ਹਾਂ ਅਸੀਂ ਵਾਕ ਦੇ ਵਿੱਚ ਸੌਖੀ ਤਰ੍ਹਾਂ ਦੇ ਨਾਲ ਕਰਮ ਦੀ ਪਹਿਚਾਣ ਕਰ ਸਕਦੇ ਹਾਂ। ਕਰਮ ਕਰਕੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਅਕਰਮਕ ਕਿਰਿਆ ਕੀ ਹੁੰਦੀ ਹੈ? ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਸੌਖੀ ਤਰ੍ਹਾਂ ਯਾਦ ਰੱਖਣ ਦੇ ਲਈ ਅਕਰਮਕ ਭਾਵ ਕਰਮ ਤੋਂ ਬਿਨਾਂ, ਜਿਵੇਂ ਵਰਖਾ ਪੈ ਰਹੀ ਹੈ, ਸੂਰਜ ਨਿਕਲ ਆਇਆ ਹੈ, ਮੁੰਡਾ ਹੱਸਦਾ ਹੈ, ਕੁੜੀ ਗਾਉਂਦੀ ਹੈ। ਤਾਂ ਇਹਨਾਂ ਵਾਕਾਂ ਦੇ ਵਿੱਚ ਵਰਖਾ, ਸੂਰਜ, ਮੁੰਡਾ, ਕੁੜੀ ਇਹ ਕਰਤਾ ਸ਼ਬਦ ਹੈ। ਪਰ ਨਾਲ ਹੀ ਰਹੀ ਹੈ, ਨਿਕਲ ਆਇਆ, ਹੱਸਦਾ ਹੈ, ਗਾਉਂਦੀ ਹੈ, ਅਕਰਮਕ ਕਿਰਿਆਵਾਂ ਨੇ। ਤਾਂ ਉਸ ਤਰ੍ਹਾਂ ਸਕਰਮਕ ਕਿਰਿਆ, ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ, ਭਾਵ ਕਰਮ ਸਹਿਤ। ਉਦਾਹਰਨ ਵਜੋਂ ਮਾਤਾ ਜੀ ਰੋਟੀ ਪਕਾਉਂਦੇ ਹਨ, ਵਿਦਿਆਰਥੀ ਪਾਠ ਯਾਦ ਕਰਦੇ ਹਨ, ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਹੈ, ਬੱਚੇ ਫੁੱਟਬਾਲ ਖੇਡ ਰਹੇ ਹਨ। ਤਾਂ ਇਹਨਾਂ ਵਾਕਾਂ ਵਿੱਚ ਮਾਤਾ ਜੀ, ਵਿਦਿਆਰਥੀ, ਉਹਨਾਂ ਅਤੇ ਬੱਚੇ ਕੰਮ ਕਰਨ ਵਾਲੇ ਭਾਵ ਕਰਤਾ ਹਨ, ਅਤੇ ਰੋਟੀ, ਪਾਠ, ਹਾਕੀ ਦਾ ਮੈਚ, ਫੁੱਟਬਾਲ ਕਰਮ ਹਨ। ਤਾਂ ਇਸ ਲਈ ਪਕਾਉਂਦੇ ਹਨ, ਕਰਦੇ ਹਨ, ਲਿਆ ਹੈ, ਰਹੇ ਹਨ, ਸਕਰਮਕ ਕਿਰਿਆਵਾਂ ਹਨ। ਤਾਂ ਹੁਣ ਮੈਨੂੰ ਉਮੀਦ ਹੈ ਕਿ ਅਸੀਂ ਕਿਰਿਆ ਬਾਰੇ ਸਮਝ ਲਿਆ ਕਿ ਕਿਰਿਆ ਹੈ ਜਿਹੜੀ ਉਹ ਕੀ ਹੁੰਦੀ ਹੈ। ਤਾਂ ਹੁਣ ਇਸ ਸਮਝ ਦੇ ਆਧਾਰ 'ਤੇ ਅਸੀਂ ਇਸ ਪੈਰੇ ਦੇ ਵਿੱਚੋਂ ਬਹੁਤ ਸੌਖੀ ਤਰ੍ਹਾਂ ਦੇ ਨਾਲ ਕਿਰਿਆ ਸ਼ਬਦ ਚੁਣ ਸਕਦੇ ਹਾਂ। ਤਾਂ ਇਹਨਾਂ ਨੂੰ ਚੁਣ ਕੇ ਅਸੀਂ ਆਪਣੀ ਕਾਪੀ ਦੇ ਵਿੱਚ ਲਿਖਣਾ ਹੈ। ਪੈਰਾ ਪਿੱਛੇ ਅਭਿਆਸ ਦੇ ਵਿੱਚ ਦਿੱਤਾ ਹੋਇਆ ਹੈ। ਅਸੀਂ ਇੱਕ ਇੱਕ ਵਾਕ ਦੇ ਵਿੱਚ ਦੇਖਦੇ ਹਾਂ। ਇੱਕ ਦਿਨ ਆਲੋਕ ਨੂੰ ਹਲਕਾ ਜਿਹਾ ਬੁਖਾਰ ਚੜ੍ਹ ਗਿਆ। ਤਾਂ ਹੁਣ ਦੇਖੋ ਕਿਰਿਆ ਸ਼ਬਦ ਇਹਦੇ ਵਿੱਚ ਕੀ ਆਇਆ। ਕਿਰਿਆ ਸ਼ਬਦ ਆਮ ਤੌਰ 'ਤੇ ਵਾਕ ਦੇ ਅਖੀਰ ਦੇ ਵਿੱਚ ਹੀ ਆਉਂਦਾ ਹੈ। ਤਾਂ ਜੋ ਕਾਰਜ ਹੋ ਰਿਹਾ ਹੈ ਅਸੀਂ ਉਹਨੂੰ ਧਿਆਨ ਨਾਲ ਦੇਖਣਾ ਹੈ। ਚੜ੍ਹ ਗਿਆ ਕਿਰਿਆ ਸ਼ਬਦ ਹੈ। ਉਹਨੇ ਸਕੂਲੋਂ ਛੁੱਟੀ ਲੈ ਲਈ। ਤਾਂ ਲੈ ਲਈ ਕਿਰਿਆ ਹੈ। ਉਹ ਜਿਸ ਦਿਨ ਵੀ ਛੁੱਟੀ ਲੈਂਦਾ
ਲੈਂਦਾ ਸ਼ਬਦ ਸ਼ਾਮ ਨੂੰ ਇਕਬਾਲ ਕੋਲੋਂ ਜਾਂ ਅਗਲੇ ਦਿਨ ਕਿਸੇ ਜਮਾਤੀ ਕੋਲੋਂ ਸਕੂਲੋਂ ਮਿਲਿਆ ਕੰਮ ਪੁੱਛ ਲੈਂਦਾ। ਉਹ ਸਕੂਲੋਂ ਮਿਲਣ ਵਾਲਾ ਕੰਮ ਪੂਰਾ ਕਰਦਾ ਸੀ ਤਾਂ ਜੋ ਪੜ੍ਹਾਈ ਵਿੱਚ ਬਾਕੀ ਜਮਾਤ ਤੋਂ ਪਿੱਛੇ ਨਾ ਰਹਿ ਜਾਵੇ। ਉਸ ਦਿਨ ਸ਼ਾਮ ਤੱਕ ਉਸ ਦਾ ਬੁਖਾਰ ਉਤਰ ਗਿਆ। ਉਹ ਸਕੂਲ ਦਾ ਕੰਮ ਪੁੱਛਣ ਵਾਸਤੇ ਇਕਬਾਲ ਦੇ ਘਰ ਵੱਲ ਤੁਰ ਪਿਆ। ਇਹ ਬੇਟਾ ਸ਼ਬਦ ਨੇ ਕੁਝ ਜਿਨ੍ਹਾਂ ਦੀ ਅਸੀਂ ਚੋਣ ਕਰ ਸਕਦੇ ਹਾਂ। ਜਦੋਂ ਅਸੀਂ ਕਿਰਿਆ ਬਾਰੇ ਹੋਰ ਵਿਸਥਾਰ ਦੇ ਵਿੱਚ ਪੜ੍ਹਾਂਗੇ, ਕਿਰਿਆ ਦੀਆਂ ਹੋਰ ਕਿਸਮਾਂ ਜਿਹੜੀਆਂ ਉਹ ਅਸੀਂ ਜਾਣਾਂਗੇ, ਤਾਂ ਅਸੀਂ ਇਹ ਵੀ ਲੱਭ ਸਕਦੇ ਹਾਂ ਕਿ ਇਸ ਪੈਰੇ ਦੇ ਵਿੱਚ ਕਿਰਿਆ ਹੈ ਜਿਹੜੀ ਉਸਦੀ ਕੀ ਕਿਸਮ ਹੈ, ਜਾਂ ਹੋਰ ਕੋਈ ਕਿਸਮ ਅਜਿਹੀ ਹੈ ਜਿਹਦੀ ਅਸੀਂ ਹੁਣ ਚੋਣ ਨਹੀਂ ਕਰ ਸਕੇ। ਤਾਂ ਇਹਦੇ ਲਈ ਇਸ ਦੀ ਅਭਿਆਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਤੁਸੀਂ ਆਪਣੇ ਹਰ ਪਾਠ ਦੇ ਵਿੱਚ ਜਦੋਂ ਉਸ ਨੂੰ ਪੜ੍ਹਦੇ ਹੋ, ਇੱਕ ਪੈਰੇ ਦੀ ਚੋਣ ਕਰੋ। ਉਹਦੇ ਵਿੱਚੋਂ ਕਿਰਿਆ ਸ਼ਬਦਾਂ ਦੀ ਚੋਣ ਕਰਨ ਦਾ ਅਭਿਆਸ ਲਗਾਤਾਰ ਕਰਦੇ ਰਹੋ, ਜਿਸ ਦੇ ਨਾਲ ਅਸੀਂ ਇਸ ਪ੍ਰਸ਼ਨ ਨੂੰ ਬਹੁਤ ਸੌਖੀ ਤਰ੍ਹਾਂ ਦੇ ਨਾਲ ਹੱਲ ਕਰ ਸਕਦੇ ਹਾਂ। ਤਾਂ ਬੱਚਿਓ, ਇਹ ਸਾਡਾ ਸੰਪੂਰਨ ਪਾਠ ਸੀ, ਪਾਠ ਨੰਬਰ 14, ਜਿਹੜਾ ਕਿ ਇੱਕ ਕਹਾਣੀ ਸੀ। ਕਹਾਣੀ ਦਾ ਨਾਂ ਅਲੋਕ ਸੁਖੀ ਗਵਾਂਢੀ ਦੁਖੀ ਨਾ ਬਈ ਨਾ, ਜਿਹੜੀ ਕਿ ਸ਼੍ਰੀ ਜਗਦੀਸ਼ ਕੌਸ਼ਲ ਦੁਆਰਾ ਲਿਖੀ ਗਈ ਹੈ। ਤਾਂ ਇਹ ਕਹਾਣੀ ਸਾਨੂੰ ਬਹੁਤ ਹੀ ਲੁਕਵਾਂ ਸੰਦੇਸ਼ ਵੀ ਦਿੰਦੀ ਹੈ। ਉਸ ਸੰਦੇਸ਼ ਨੂੰ ਵੀ ਅਸੀਂ ਸਮਝ ਲਿਆ। ਤਾਂ ਹੁਣ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਵਾਰ ਸਾਨੂੰ ਇਉਂ ਲੱਗਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਆਸੇ-ਪਾਸੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਰੇ ਦੇਸ਼ ਦੇ ਵਿੱਚ ਹੀ ਹਾਲਾਤ ਇਸ ਤਰ੍ਹਾਂ ਦੇ ਹੋਏ ਪਏ ਨੇ ਕਿ ਕੋਈ ਕਿਸੇ ਦੀ ਬਹੁਤੀ ਪਰਵਾਹ ਨਹੀਂ ਕਰਦਾ, ਜਾਂ ਦੂਸਰਿਆਂ ਦੇ ਵਿਵਹਾਰ ਤੋਂ ਅਸੀਂ ਬਹੁਤ ਜ਼ਿਆਦਾ ਅੱਕੇ ਹੋਏ ਹਾਂ ਜਾਂ ਅਸੀਂ ਦੁਖੀ ਹਾਂ। ਤਾਂ ਬੱਚਿਓ, ਇਸ ਚੀਜ਼ ਨੂੰ, ਇਸ ਵਰਤਾਰੇ ਨੂੰ ਠੀਕ ਕਰਨ ਦੇ ਲਈ ਸਾਨੂੰ ਪਹਿਲ ਕਰਨੀ ਪਵੇਗੀ। ਸਾਨੂੰ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਹੋਵੇਗੀ। ਜੇ ਅਸੀਂ ਆਪ ਸ਼ੁਰੂਆਤ ਕਰੀਏ, ਆਪ ਯਤਨ ਕਰੀਏ, ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਸਾਡੇ ਕਿਸੇ ਵਿਵਹਾਰ ਦੇ ਕਾਰਨ ਕੋਈ ਵੀ ਦੁਖੀ ਨਾ ਹੋਵੇ, ਜਾਂ ਅਸੀਂ ਜਾਣ ਬੁੱਝ ਕੇ ਕੋਈ ਅਜਿਹਾ ਕੰਮ ਨਾ ਕਰੀਏ ਜਿਸ ਦੇ ਨਾਲ ਕੋਈ ਦੂਸਰਾ ਵਿਅਕਤੀ ਹੈ ਜਿਹੜਾ ਉਹ ਦੁਖੀ ਹੋਵੇ। ਉਸ ਤੋਂ ਬਾਅਦ ਅਸੀਂ ਆਪਣੇ ਆਲੇ ਦੁਆਲੇ ਆਂਢ ਗੁਆਂਢ ਵੱਲ ਨਜ਼ਰ ਮਾਰੀਏ। ਕੋਈ ਵੀ ਅਜਿਹਾ ਕੰਮ ਜਿਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਜਾਂ ਸਾਡੇ ਸਾਹਮਣੇ ਕੋਈ ਰਹਿਣ ਵਾਲਾ ਵਿਅਕਤੀ ਦੁਖੀ ਹੈ, ਤਾਂ ਉਹ ਕੰਮ ਕਰਨੇ ਅਸੀਂ ਬੰਦ ਕਰ ਦਈਏ। ਤਾਂ ਇਸ ਤਰ੍ਹਾਂ ਨਾਲ ਹੌਲੀ ਹੌਲੀ ਸੁਧਾਰ ਹੁੰਦਾ ਦੂਰ ਤੱਕ ਪਹੁੰਚਦਾ ਹੈ। ਅਤੇ ਇਸ ਤਰ੍ਹਾਂ ਦੇ ਵਰਤਾਰੇ ਦੇ ਨਤੀਜੇ ਅਕਸਰ ਬਹੁਤ ਹੀ ਵਧੀਆ ਆਉਂਦੇ ਨੇ। ਤਾਂ ਇਸ ਤਰ੍ਹਾਂ ਦੇ ਪਾਠ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕਰਨ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਬੱਚਿਆਂ ਨੂੰ ਇਹ ਸਿਖਾਇਆ ਜਾਵੇ ਕਿ ਅਸੀਂ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਪਹੁੰਚਾਉਣੀ, ਜਾਂ ਇਸ ਤਰ੍ਹਾਂ ਦੇ ਸੰਦੇਸ਼ ਹੈ ਜਿਹੜੇ ਉਹ ਬੱਚਿਆਂ ਤੱਕ ਪਹੁੰਚਾਏ ਜਾਣ, ਕਿਉਂਕਿ ਬੱਚੇ ਹੈ ਜਿਹੜੇ ਉਹੀ ਆਉਣ ਵਾਲੇ ਸਮੇਂ ਦੇ ਨਾਗਰਿਕ ਨੇ। ਦੇਸ਼ ਦੀ, ਸਮਾਜ ਦੀ ਵਾਗਡੋਰ ਉਹਨਾਂ ਦੇ ਹੱਥ ਦੇ ਵਿੱਚ ਹੀ ਹੋਣੀ ਹੈ। ਤਾਂ ਜਿਸ ਤਰ੍ਹਾਂ ਦਾ ਵੀ ਬਦਲਾਵ ਉਹ ਚਾਹਣਗੇ, ਉਹ ਆਪਣੇ ਆਲੇ ਦੁਆਲੇ ਦੇ ਵਿੱਚ ਲਿਆ ਸਕਦੇ ਹੈ। ਲੋੜ ਸਿਰਫ ਇੱਕ ਸ਼ੁਰੂਆਤ ਕਰਨ ਦੀ ਹੈ। ਤਾਂ ਆਓ ਬੱਚਿਓ, ਅਸੀਂ ਸਾਰੇ ਮਿਲ ਕੇ ਇਹ ਸ਼ੁਰੂਆਤ ਕਰੀਏ ਕਿ ਅੱਜ ਤੋਂ ਬਾਅਦ ਅਸੀਂ ਹਮੇਸ਼ਾ ਚੇਤਨ ਰਹਾਂਗੇ। ਆਸੇ ਪਾਸੇ ਬਾਰੇ ਇਹ ਜਾਣਕਾਰੀ ਲੈਣ ਦਾ ਯਤਨ ਕਰਾਂਗੇ
ਕਿ ਸਾਡਾ ਕੋਈ ਵੀ ਕੰਮ ਕਿਸੇ ਦੂਸਰੇ ਵਿਅਕਤੀ ਦੇ ਲਈ ਤਕਲੀਫ ਵਾਲਾ ਤਾਂ ਨਹੀਂ ਬਣ ਰਿਹਾ। ਜੇ ਇਸ ਤਰ੍ਹਾਂ ਹੋ ਰਿਹਾ ਹੈ ਤੇ ਅਸੀਂ ਉਸ ਕੰਮ ਨੂੰ ਆਪਣੇ ਨੂੰ ਸੁਧਾਰ ਸਕਦੇ ਹਾਂ, ਬਦਲ ਸਕਦੇ ਹਾਂ, ਤਾਂ ਅਸੀਂ ਸਾਰੇ ਮਿਲ ਕੇ ਯਤਨ ਕਰਾਂਗੇ ਤਾਂ ਤੁਸੀਂ ਯਕੀਨ ਮੰਨਿਓ ਕਿ ਸਾਡਾ ਆਲਾ ਦੁਆਲਾ ਬਹੁਤ ਹੀ ਤੰਦਰੁਸਤ ਹੋ ਜਾਊਗਾ, ਰਹਿਣ ਯੋਗ ਹੋਊਗਾ, ਸੋਹਣਾ ਲੱਗੂਗਾ ਤੇ ਸਾਡਾ ਇੱਥੇ ਹੋਰ ਵੀ ਜ਼ਿਆਦਾ ਮਨ ਲੱਗੂਗਾ, ਕਿਉਂਕਿ ਅਸੀਂ ਮਹਿਸੂਸ ਕਰਾਂਗੇ ਕਿ ਆਸੇ-ਪਾਸੇ ਸਭ ਨੂੰ ਅਸੀਂ ਖੁਸ਼ੀਆਂ ਹੀ ਵੰਡ ਰਹੇ ਹਾਂ। ਸਾਡੇ ਕਿਸੇ ਕਾਰਜ ਦੇ ਕਾਰਨ ਕੋਈ ਵੀ ਵਿਅਕਤੀ ਦੁਖੀ ਨਹੀਂ। ਧੰਨਵਾਦ।